ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਸਾਡੀ ਖਾਸ ਪੇਸ਼ਕਸ਼ ਵੋਟ ਅਤੇ ਵਕਾਰ ਲੋਕ ਸਭਾ 2019 ਨੂੰ ਲੈ ਕੇ ਅਸੀਂ ਇਸ ਕੜੀ ਦੇ ਵਿੱਚ ਹਰ ਵੱਖਰੀ ਪਾਰਟੀ ਦੇ ਵੱਖਰੇ ਲੀਡਰ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ। ਅੱਜ ਇਸੇ ਕੜੀ ਦੇ ਵਿੱਚ ਸਾਡੇ ਨਾਲ ਨੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ। ਔਜਲਾ ਸਾਹਿਬ ਬਹੁਤ ਬਹੁਤ ਸਵਾਗਤ। ਧੰਨਵਾਦ ਜੀ ਤੁਹਾਡਾ, ਤੁਸੀਂ ਮੌਕਾ ਦਿੱਤਾ ਲੋਕਾਂ ਦੇ ਰੂਬਰੂ ਹੋਣ ਦਾ। ਟਿਕਟ ਮਿਲ ਗਈ, ਤਿਆਰੀ ਹੈ ਹੁਣ? ਪਹਿਲਾਂ ਤਾਂ ਕਿਤੇ ਡਰ ਸੀ ਕਿ ਸ਼ਾਇਦ ਟਿਕਟ ਨਾ ਮਿਲੇ, ਇੱਕ ਖਦਸ਼ਾ ਵੀ ਸੀ ਕਿ ਇੱਕ ਪਾਰਟੀ ਦਾ ਇੱਕ ਅੰਗ ਜਿਹੜਾ ਉਹ ਕੰਮ ਕਰ ਰਿਹਾ ਹੈ ਕਿ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਨਾ ਮਿਲ ਸਕੇ। ਗੱਲ ਇਹ ਖਦਸ਼ਾ ਹੀ ਨਹੀਂ ਸੀ ਟਿਕਟ ਨਾ ਮਿਲ ਸਕੇ, ਇਹ ਸਾਡੇ ਇੱਕ ਪਾਰਟੀ ਦੇ ਵਿੱਚ ਸਿਸਟਮ ਹੈ ਕਿ ਕੋਈ ਵੀ ਬੰਦਾ ਕਿਤੇ ਵੀ ਟਿਕਟ ਅਪਲਾਈ ਕਰ ਸਕਦਾ। ਇਹ ਨਹੀਂ ਕਿ ਸਿਟਿੰਗ ਜੇ ਤੁਸੀਂ ਕੋਈ ਬੰਦਾ ਟਿਕਟ ਨਹੀਂ ਅਪਲਾਈ ਕਰਦਾ। ਇਹ ਇੱਕ ਲੋਕਤੰਤਰ ਪ੍ਰਕਿਰਿਆ ਹੈ ਪਾਰਟੀ ਦੇ ਅੰਦਰ। ਸੋ ਉਹ ਲੋਕਤੰਤਰ ਪ੍ਰਕਿਰਿਆ ਨੂੰ ਹੀ ਸਾਰਿਆਂ ਨੇ ਅਡੋਪਟ ਕੀਤਾ। ਕੋਈ ਵੀ ਬੰਦੇ ਦੇ ਮਨ ਦੇ ਵਿੱਚ ਹੋ ਸਕਦਾ ਕਿ ਮੈਂ ਟਿਕਟ ਲੈਣੀ ਚਾਹੁੰਦਾ ਹਾਂ, ਉਹਨੇ ਜਦੋਂ ਆਪਣੀ ਟਿਕਟ ਦੀ ਗੱਲ ਕਰਨੀ ਹੈ ਤਾਂ ਫਿਰ ਕੁਦਰਤੀ ਗੱਲ ਹੈ ਉਹ ਆਪਣੀ ਗੱਲ ਕਰੇਗਾ। ਸੋ ਇਹੋ ਜਿਹੀ ਵਿਰੋਧਤਾ ਵਾਲੀ ਕੋਈ ਗੱਲ ਨਹੀਂ। ਸਾਰੇ ਆਪਣੇ ਕਾਂਗਰਸ ਪਾਰਟੀ ਲਈ ਔਰ ਕਾਂਗਰਸ ਪਾਰਟੀ ਦੇ ਸਿਪਾਹੀ ਨੇ ਔਰ ਕਾਂਗਰਸ ਪਾਰਟੀ ਲਈ ਕੰਮ ਕਰਦੇ ਨੇ। ਕਾਂਗਰਸ ਪਾਰਟੀ ਦੇ ਸਿਪਾਹੀ ਨੇ। ਤੁਹਾਡੇ ਮੇਅਰ ਸਾਹਿਬ ਉੱਥੋਂ ਜਿਹੜੇ ਨੇ ਉਹ ਵੀ ਦਾਅਵੇਦਾਰੀ ਠੋਕ ਰਹੇ ਸਨ। ਹੁਣ ਕਿਵੇਂ ਨਾਲ ਲੈ ਕੇ ਚੱਲੋਗੇ? ਕਿਉਂਕਿ ਕਾਂਗਰਸ ਦੀ ਧੜੇਬਾਜ਼ੀ ਕਦੀ ਲੁਕੀ ਨਹੀਂ ਰਹੀ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਧੜੇਬਾਜ਼ੀ ਦਾ ਆਲਮ ਇਹ ਸੀ ਕਿ ਮਿਸਿਸ ਸਿੱਧੂ ਕਾਂਗਰਸ ਵਾਸਤੇ ਅੰਮ੍ਰਿਤਸਰ ਤੋਂ ਨਾ ਉਹਨਾਂ ਚੰਡੀਗੜ੍ਹ ਤੋਂ ਅਪਲਾਈ ਕੀਤਾ। ਉਹਨਾਂ ਨੇ ਇਹ ਵੀ ਗੱਲ ਕਹੀ, ਉਹਨਾਂ ਦੇ ਔਨ ਰਿਕਾਰਡ ਇਹ ਗੱਲ ਹੈਗੀ ਹੈ ਔਜਲਾ ਸਾਹਿਬ, ਕਿ ਕਾਂਗਰਸ ਧੜੇਬਾਜ਼ੀ ਦੇ ਇਹ ਆਲਮ ਨੇ ਕਿ ਇੱਕ ਔਜਲਾ ਧੜਾ, ਜਾਖੜ ਧੜਾ, ਬਾਜਵਾ ਧੜਾ, ਉਹਨਾਂ ਨੇ ਇਹ ਗੱਲ ਕਹੀ ਸੀ ਔਨ ਰਿਕਾਰਡ। ਹਰ ਬੰਦੇ ਦਾ ਇੱਕ ਵੇਖਣਾ ਦਾ ਨਜ਼ਰੀਆ ਹੈ ਆਪਣਾ ਆਪਣਾ, ਹਰ ਬੰਦਾ ਆਪਣੇ ਨਜ਼ਰੀਏ ਤੋਂ ਗੱਲ ਕਰਦਾ ਹੈ। ਪਰ ਕਾਂਗਰਸ ਪਾਰਟੀ ਦੀ ਗੱਲ ਜਿੱਥੋਂ ਤੱਕ ਪਾਰਟੀ ਲੈਵਲ 'ਤੇ ਗੱਲ ਰੱਖਣ ਦੀ ਗੱਲ ਆ, ਉੱਥੋਂ ਤੱਕ ਤੇ ਆਜ਼ਾਦੀ ਹੈ। ਉਸ ਤੋਂ ਬਾਅਦ ਸਾਰਿਆਂ ਦੀ ਸੋਚ ਦਾ ਜਿਹੜਾ ਨਿਸ਼ਾਨਾ ਉਹ ਇੱਕ ਹੀ ਹੈ, ਕਾਂਗਰਸ ਪਾਰਟੀ। ਕਾਂਗਰਸ ਪਾਰਟੀ ਕਿਵੇਂ ਸਰਵਾਈਵ ਕਰਨੀ ਹੈ, ਚਾਹੇ ਸਾਡੇ ਮੇਅਰ ਸਾਹਿਬ ਨੇ, ਚਾਹੇ ਸਾਡੇ MLA ਸਾਹਿਬਾਨ ਨੇ, ਜਿਹਨੇ ਵੀ ਟਿਕਟ ਅਪਲਾਈ ਕੀਤੀ ਆ, ਉਹਨਾਂ ਨੇ ਆਪਣੀ ਗੱਲ ਜਿਹੜੀ ਆ ਪਾਰਟੀ ਤੱਕ ਰੱਖੀ ਹੈ ਕਿ ਮੈਂ ਪਾਰਟੀ ਦੀ ਸੇਵਾ ਇਸ ਅਹੁਦੇ ਵਾਸਤੇ ਕਰਨੀ ਚਾਹੁੰਦਾ ਹਾਂ। ਬਾਕੀ ਪਾਰਟੀ ਨੇ ਦੇਖਣਾ ਹੁੰਦਾ ਹੈ ਕਿ ਉਹ ਸੇਵਾ ਉਹਨਾਂ ਤੋਂ ਲੈਣੀ ਹੈ ਕਿ ਨਹੀਂ ਲੈਣੀ। ਸੋ ਇਹੋ ਜਿਹੀ ਕੋਈ ਗੱਲ ਨਹੀਂ ਧੜੇਬੰਦੀ ਦੀ। ਤੁਸੀਂ ਥੋੜ੍ਹੇ ਦਿਨਾਂ 'ਚ ਦੇਖੋਗੇ ਸਾਰੇ ਰਲ ਕੇ ਕੰਮ ਕਰਨਾ ਔਰ ਇਹ ਸੀਟ ਜਿੱਤਣੀ ਵੀ ਹੈ। ਤੁਹਾਨੂੰ ਜਦੋਂ ਬਾਈ ਇਲੈਕਸ਼ਨ ਹੋਇਆ ਤੁਹਾਨੂੰ ਟਾਈਮ ਬਹੁਤ ਘੱਟ ਮਿਲਿਆ, ਤੁਸੀਂ 17 ਚੁਣ ਕੇ ਆਏ। ਲੋਕੀ ਵੋਟ ਕਿਉਂ ਪਾਉਣ? ਮੈਨੂੰ ਇਹੋ ਜਿਹੇ 3 ਕੰਮ ਗੁਰਜੀਤ ਸਿੰਘ ਔਜਲਾ ਗਿਣਾਉਣ, 3 ਕੰਮ ਮੈਨੂੰ ਗਿਣਾਓ ਕਿ ਜਿਹਦੇ ਕਰਕੇ ਲੋਕ ਤੁਹਾਨੂੰ ਅੰਮ੍ਰਿਤਸਰ ਸਾਹਿਬ ਤੋਂ ਵੋਟ ਪਾਉਣ ਤੇ ਤੁਸੀਂ ਦੁਬਾਰਾ ਲੋਕ ਸਭਾ ਪਹੁੰਚ ਸਕੋ। ਸਭ ਤੋਂ ਵੱਡਾ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਲੋਕਾਂ ਦੇ ਪਿਆਰ ਦੇ ਸਦਕਾ ਮੈਂ ਪਾਰਲੀਮੈਂਟ ਦੇ ਵਿੱਚ ਗੁਰੂ ਨਗਰੀ ਦੀ ਹਾਜ਼ਰੀ ਲਵਾਈ ਹੈ। ਗੁਰੂ ਨਗਰੀ ਦਾ ਇੱਕ ਨੁਮਾਇੰਦਾ ਬਣ ਕੇ ਇੱਕ ਲੋਕਾਂ ਦੀ ਆਵਾਜ਼ ਜਿਹੜੀ ਰੱਖੀ ਹੈ, ਜਿਹੜੀ ਕਦੀ ਲੋਕਾਂ ਨੇ ਸੁਣੀ ਨਹੀਂ ਸੀ। ਨੰਬਰ 1 ਤੇ ਇਹ। ਨੰਬਰ 2, ਮੈਂਬਰ ਪਾਰਲੀਮੈਂਟ ਹੁੰਦੇ ਹੋਏ ਜੇ ਪਾਰਲੀਮੈਂਟ 'ਚ ਗੱਲ ਕਰਦੇ ਸਾਂ, ਪਾਰਲੀਮੈਂਟ ਦੇ ਬਾਹਰ ਕਰਦੇ ਸਾਂ, ਅਤੇ ਹਲਕੇ ਦੇ ਵਿੱਚ ਵੀ ਪੂਰਨ ਤੌਰ 'ਤੇ ਹਾਜ਼ਰੀ ਰੱਖੀ ਹੈ। ਚਾਹੇ ਕੋਈ ਵੀ ਹੋਇਆ, ਚਾਹੇ ਕਿਸੇ ਦਾ ਨਿੱਜੀ ਕੰਮ ਹੈ, ਚਾਹੇ ਸਮਾਜਿਕ ਕੰਮ ਆ, ਕੋਸ਼ਿਸ਼ ਕੀਤੀ ਤਨਦੇਹੀ ਦੇ ਨਾਲ। 2 ਸਾਲ ਲਗਾਤਾਰ ਮੈਂ ਔਰ ਮੇਰਾ ਪਰਿਵਾਰ ਮੁਕੰਮਲ ਤੌਰ 'ਤੇ ਹਲਕੇ ਨੂੰ ਸਮਰਪਿਤ ਰਹੇ ਹਾਂ। ਇਹਦੀ ਅਗਵਾਈ ਹਲਕਾ ਭਰੇਗਾ, ਹਲਕੇ ਦੇ ਲੋਕ ਭਰਨਗੇ। ਔਰ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਆ, ਏਅਰਪੋਰਟ ਦੇ ਮੁੱਦੇ ਦੀ, ਏਅਰਪੋਰਟ ਦੀਆਂ ਬੰਦ ਪਈਆਂ ਉਡਾਨਾਂ ਨੂੰ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਨੂੰ ਚਲਾਉਣਾ, ਰੇਲਵੇ ਦੇ ਰੁਕੇ ਕੰਮਾਂ ਨੂੰ ਕੰਪਲੀਟ ਕਰਾਉਣਾ, ਜਿਹੜੇ ਪ੍ਰੋਜੈਕਟ ਬਹੁਤ ਲੰਮੇ ਲਟਕੇ ਪਏ ਸੀ ਉਹਨਾਂ ਨੂੰ ਕਰਾਉਣਾ ਕੰਪਲੀਟ। ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਸਭ ਤੋਂ ਵੱਡੀ ਮੰਗ ਸੀ, ਜਿਹੜੀ ਮੈਂ 17 ਦੇ ਵਿੱਚ ਅਜੇ ਗੱਲ ਵੀ ਨਹੀਂ ਸ਼ੁਰੂ ਹੋਈ, ਉਦੋਂ ਹੀ ਇਹ ਪਾਰਲੀਮੈਂਟਰੀ ਕਮੇਟੀ ਦੀ ਇੱਕ ਰਿਪੋਰਟ ਦੇ ਵਿੱਚ ਦਰਜ ਕਰਾ ਕੇ, ਕਿਉਂਕਿ ਐਕਸਟਰਨਲ ਅਫੇਅਰ ਕਮੇਟੀ ਦਾ ਮੈਂਬਰ ਮੈਂ ਵੀ ਹਾਂ, ਉਹਨੂੰ ਉੱਥੇ ਤੱਕ ਪਾਰਲੀਮੈਂਟ ਤੱਕ ਲੈ ਕੇ ਜਾਣਾ। ਔਰ ਇੰਡਸਟਰੀ ਦੀ ਗੱਲ ਜਿਹੜੀ ਸਾਡੀ ਉੱਜੜ ਚੁੱਕੀ ਇੰਡਸਟਰੀ ਆ, ਉਹਨੂੰ ਵਾਪਸ ਬਹਾਲੀ ਵਾਸਤੇ ਸਪੈਸ਼ਲ ਪੈਕੇਜ ਦੀ ਮੰਗ ਰੱਖਣੀ। ਜਿਹੜੇ ਬਾਰਡਰ ਦੇ ਨਾਲ ਲੱਗਦੇ ਕਿਸਾਨ ਮਜ਼ਦੂਰ ਨੇ ਉਹਨਾਂ ਦੀ ਗੱਲ ਕਰਨੀ। ਜਿਹੜੇ ਪ੍ਰੋਜੈਕਟ ਪਿਛਲੀ ਗੌਰਮੈਂਟ ਦੇ ਵਿੱਚ ਅੰਮ੍ਰਿਤਸਰ ਤੋਂ ਟਰਾਂਸਫਰ ਕਰ ਦਿੱਤੇ ਗਏ ਸੀ, ਉਹਨਾਂ ਦੀ ਪ੍ਰੋਜੈਕਟ ਟਰਾਂਸਫਰ ਤਾਂ ਨਹੀਂ ਵਾਪਸ ਹੋ ਸਕਦੇ, ਪਰ ਉਹਨਾਂ ਦੇ ਬਦਲੇ ਦੇ ਵਿੱਚ ਸਾਨੂੰ ਨਵੇਂ ਪ੍ਰੋਜੈਕਟਾਂ ਦੀ ਮੰਗ ਰੱਖਣੀ। ਐਜੂਕੇਸ਼ਨ ਜਿਹੜੇ ਪ੍ਰੋਜੈਕਟ ਜਿਹੜੇ ਅਧੂਰੇ ਪਏ IIM ਹੈ ਜਿਵੇਂ, ਉਹਨਾਂ ਨੂੰ ਕੰਪਲੀਟ ਕਰਨ ਦੀ ਗੱਲ ਕਰਨੀ। ਸੋ ਅਜਿਹੇ ਅਨੇਕਾਂ ਕੰਮ, ਚਾਹੇ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਹਾਇਰ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਹੈਲਥ ਦੇ ਨਾਲ ਗੁਰੂ ਨਾਨਕ ਦੇਵ ਹੌਸਪੀਟਲ ਦੀ ਗੱਲ ਕਰ ਲਈਏ, ਇੱਕ ਵਿਜ਼ਨ ਲੈ ਕੇ ਚੱਲਿਆ ਸਾਂ। ਔਰ ਮੈਨੂੰ ਲੱਗਦਾ ਆ ਇਹ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹ ਗੱਲ ਘਰ ਜ਼ਰੂਰ ਕਰਦੀ ਹੋਊਗੀ ਵੀ ਜਿਹੜੇ ਅਸੀਂ MP ਬਣਾਇਆ ਸੀ ਗੁਰਜੀਤ ਨੂੰ, ਤੇ ਗੁਰਜੀਤ ਨੇ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਨਗਰੀ ਦੀ ਸੇਵਾ ਕੀਤੀ ਹੈ। ਸੋ ਇਹ ਇੱਕ ਵੱਡੇ ਕੰਮ ਇਹਦੇ 'ਚੋਂ 3 ਤੁਸੀਂ ਜਿਹੜੇ ਮਰਜ਼ੀ ਲੈ ਲਿਓ। ਉਸੇ ਗੱਲ ਤੇ ਗੱਲ ਕਰ ਕਹੀ ਜਾਂਦੀ ਔਜਲਾ ਸਾਹਿਬ ਕਿ ਗੁਰਜੀਤ ਸਿੰਘ ਔਜਲਾ ਐਕਸੀਡੈਂਟਲ ਮੈਂਬਰ ਪਾਰਲੀਮੈਂਟ ਸਨ, ਕਿ ਨਾ ਉਹ ਦੌੜ 'ਚ ਸਨ, ਨਾ ਉਹਨਾਂ ਦਾ ਨਾਮ ਸੀ, ਲੇਕਿਨ ਉਹ ਮੈਂਬਰ ਪਾਰਲੀਮੈਂਟ ਬਣ ਗਏ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਹੱਥ ਰੱਖਿਆ ਤਾਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ।
ਕਿਤੇ ਨਾ ਕਿਤੇ ਸਿੱਧੂ ਦਾ ਕੱਦ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰਜੀਤ ਔਜਲਾ ਨੂੰ ਖੜਾ ਕਰਕੇ ਕਿ ਗੁਰਜੀਤ ਔਜਲਾ ਨੂੰ ਲਿਆਓ, ਕਿਉਂਕਿ ਸਿੱਧੂ ਨੂੰ ਲੈ ਕੇ ਹਮੇਸ਼ਾ ਤੋਂ ਇਹ ਗੱਲ ਕਹੀ ਜਾਂਦੀ ਸੀ ਕਿ ਤੁਸੀਂ ਇਹ ਗੱਲ ਕਹੀ ਵੀ ਹੈ ਕਿ ਐਮਪੀ ਹੋਣ ਦੇ ਬਾਵਜੂਦ ਐਮਪੀ ਨੂੰ ਆਪਣੀ ਜਨਤਾ ਦੇ ਵਿੱਚ ਰਹਿਣਾ ਚਾਹੀਦਾ ਹੈ, ਲੋਕਾਂ ਨਾਲ ਵਿਚਰਨਾ ਚਾਹੀਦਾ, ਤੇ ਸਿੱਧੂ ਅਕਸਰ ਲਾਪਤਾ ਰਹਿੰਦੇ ਸਨ ਆਪਣੇ ਉਸ ਹਲਕੇ ਨਹੀਂ, ਲਾਪਤਾ ਨਹੀਂ ਸੀ ਰਹਿੰਦੇ। ਸਿੱਧੂ ਸਾਹਿਬ ਦਾ ਜਿਹੜਾ ਉਸ ਪੋਜੀਸ਼ਨ ਤੇ ਗੱਲ ਸੀ, ਜਿਹੜੀ ਉਹਨਾਂ ਦੀ ਪਾਰਟੀ ਸੀ, ਜਿਹੜੀ ਪਾਰਟੀ ਦੋ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਇੰਨਾ ਵੱਡਾ ਵਖਰੇਵਾਂ ਆ ਗਿਆ ਸੀ ਕਿ ਉਹ ਹੋ ਸਕਦਾ ਹੈ ਕੋਈ ਗੱਲ ਆਪਣੀ ਲੋਕਾਂ ਦੇ ਵਿੱਚ ਨਹੀਂ ਕੱਢਣਾ ਚਾਹੁੰਦੇ। ਕਈ ਗੱਲਾਂ ਹੁੰਦੀਆਂ ਨੇ ਪਾਰਟੀ ਦੇ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਪੈਂਦਾ। ਸੋ ਇਹ ਕਾਰਨ ਸੀ ਸਿੱਧੂ ਸਾਹਿਬ ਨੇ ਵੀ ਆਵਾਜ਼ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਰੱਖੀ ਆ। ਉਹਨਾਂ ਦੀ ਆਵਾਜ਼ ਨੂੰ ਅਸੀਂ ਨਗੌਲਿਆ ਨਹੀਂ ਕਰ ਸਕਦੇ। ਜਿਸ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਵਾਲ ਆ, ਦੇਖੋ ਸਮਾਂ ਚੱਲਦਾ ਆ। ਅੱਜ ਤੁਸੀਂ ਐਂਕਰ ਬਣੇ ਜੇ, ਇਸ ਤੋਂ ਪਹਿਲਾਂ ਪੀਟੀਸੀ ਦੇ ਐਂਕਰ ਹੋਰ ਵੀ ਹੋਣਗੇ, ਤੁਹਾਡੇ ਤੋਂ ਚੰਗੇ ਵੀ ਹੋਣੇ। ਅੱਜ ਕਹਿੰਦੇ ਉਹਨੇ ਹਰਪ੍ਰੀਤ ਬਹੁਤ ਵਧੀਆ ਐਂਕਰ ਹੈ। ਸੋ ਇਹ ਤੇ ਸਮੇਂ ਦੇ ਨਾਲ ਹਰ ਬੰਦੇ ਨੂੰ ਮੌਕਾ ਮਿਲਦਾ, ਹਰ ਫੀਲਡ 'ਚ ਮਿਲਦਾ ਹੈ। ਚਾਹੇ ਉਹ ਟੀਚਰ ਹੋਵੇ, ਟੀਚਰ ਵੀ ਰਿਟਾਇਰ ਤੁਸੀਂ ਮੰਨਦੇ ਹੋ ਕਿ ਤੁਸੀਂ ਸਿੱਧੂ ਨਾਲੋਂ ਹੁਣ ਚੰਗਾ ਪਰਫਾਰਮ ਕਰ ਰਹੇ ਹੋ? ਬਿਲਕੁਲ ਨਹੀਂ, ਮੈਂ ਇਹ ਗੱਲ ਨਹੀਂ ਕਹਿ ਰਿਹਾ। ਸਿੱਧੂ ਸਾਹਿਬ ਸਾਡੇ ਮਾਨਯੋਗ ਸੀਨੀਅਰ ਔਰ ਸਟਾਰ ਪ੍ਰਚਾਰਕ ਨੇ, ਮੈਂ ਉਹਨਾਂ ਦੇ ਮੁਕਾਬਲੇ ਕੰਮ ਨਹੀਂ ਕਰ ਸਕਦਾ। ਪਰ ਜਿਹੜੀ ਮੇਰੀ ਡਿਊਟੀ ਬਣੀ ਹੈ, ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ ਔਰ ਕੋਸ਼ਿਸ਼ ਕਰਕੇ ਜਿਹੜੇ ਵਾਅਦੇ ਕੀਤੇ ਨੇ, ਜਿਹੜੀ ਸੋਚ ਲੈ ਕੇ ਲੋਕ ਬਟਨ ਦੱਬਦੇ ਨੇ। ਆਮ ਲੋਕਾਂ ਦੇ ਵਿੱਚ ਧਾਰਨਾ ਹੁੰਦੀ ਹੈ ਕਿ ਲੋਕ ਮੁੱਦੇ ਜਿਹੜੇ ਲੋਕਲ ਹੁੰਦੇ ਉਹਨਾਂ ਦੇ ਉੱਤੇ ਬਟਨ ਦੱਬਦੇ ਨੇ, ਪਰ ਐਤਕੀ ਲੋਕ ਮੈਂਬਰ ਪਾਰਲੀਮੈਂਟ ਦੇ ਮੁੱਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਚੱਕੇ ਨੇ, ਐਤਕੀ ਲੋਕਾਂ ਨੂੰ ਪਤਾ ਹੋਏਗਾ ਐਤਕੀ ਕਿ ਐਮਪੀ ਦੀ ਵੋਟ ਨੂੰ ਕਿਉਂ ਪਾਉਣਾ ਹੈ ਗੁਰਜੀਤ ਔਜਲੇ ਨੂੰ, ਔਰ ਕਿਉਂ ਦੂਜੇ ਬੰਦੇ ਨੂੰ ਨਹੀਂ ਪਾਉਣੀ ਜਾਂ ਦੂਜੇ ਬੰਦੇ ਨੂੰ ਪਾਉਣੀ, ਗੁਰਜੀਤ ਔਜਲੇ ਨੂੰ ਨਹੀਂ ਪਾਉਣੀ। ਇਸ ਵਾਰ ਲੋਕ ਡਿਸਾਈਡ ਕਰਨਗੇ ਔਰ ਮੈਨੂੰ ਆਸ ਆ ਕਿ ਲੋਕ ਜ਼ਰੂਰ ਗੌਲਣਗੇ ਜ਼ਰੂਰ ਮੇਰੇ ਕੀਤੇ ਕੰਮਾਂ ਨੂੰ। ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਛੱਡ ਕੇ ਕਿਉਂ ਗਏ? ਚੰਡੀਗੜ੍ਹ ਕਿਉਂ ਜਾਣਾ ਪਿਆ? ਧੜੇਬਾਜ਼ੀ ਕੀ ਇੰਨੀ ਜ਼ਿਆਦਾ ਵੱਧ ਗਈ ਕਿ ਸਾਬਕਾ ਉਹ CPS ਰਹੇ, ਉਹਨਾਂ ਦੇ ਪਤੀ MP ਵੀ ਰਹੇ ਨੇ, ਇੱਕ ਵੱਡਾ ਨਾਮ ਨੇ ਦੋਵੇਂ ਆਪਣੇ ਆਪ 'ਚ, ਤੇ ਆਖਰ ਧੜੇਬਾਜ਼ੀ ਕਿਉਂ ਇੰਨੀ ਜ਼ਿਆਦਾ? ਕਿਉਂਕਿ ਔਨ ਰਿਕਾਰਡ ਉਹ ਕਹਿ ਰਹੇ ਨੇ, ਤੇ ਇੱਕ ਧੜੇਬਾਜ਼ੀ ਕਰਕੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪਿਆ। ਮੈਂ ਫਿਰ ਤੁਹਾਨੂੰ ਗੱਲ ਦੱਸੀ ਕਿ ਆਪਣੇ ਐਂਗਲ ਤੋਂ ਅਸੀਂ ਕਿਸੇ ਨੂੰ ਵੀ ਕੁਝ ਕਹਿ ਸਕਦੇ ਹਾਂ, ਕੁਝ ਵੇਖ ਸਕਦੇ ਹਾਂ, ਪਰ ਪਾਰਟੀ ਦੇ ਅੰਦਰ ਉਹਨਾਂ ਦੇ ਪ੍ਰਤੀ ਉਹੀ ਮਾਣ ਮਰਿਆਦਾ, ਉਹੀ ਉਹਨਾਂ ਦੇ ਪ੍ਰਤੀ ਸਤਿਕਾਰ ਹਰ ਬੰਦੇ, ਹਰ ਪਾਰਟੀ ਵਰਕਰ ਦੇ ਵਿੱਚ ਹੈਗਾ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਦੇਖੋ ਉਹਨਾਂ ਦਾ ਇੱਕ ਗੱਲ ਜਿਹੜੀ ਮੇਰੇ ਨਾਲ ਹੋਈ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਸਿਟਿੰਗ MP ਜੇ। ਅਸੀਂ ਵੀ ਜਦੋਂ 3 ਸਾਲ ਪਹਿਲਾਂ ਸਾਡੀ 4-5 ਸਾਲ ਪਹਿਲਾਂ ਟਿਕਟ ਕੱਟੀ, ਸਾਨੂੰ ਪਤਾ ਹੈ ਕਿ ਇੱਕ ਡਿਜ਼ਰਵ ਬੰਦੇ ਦੀ ਟਿਕਟ ਕੱਟਣੀ ਔਰ ਉਹਦੇ ਵਾਸਤੇ ਕਿੰਨੀ ਮੁਸ਼ਕਿਲ ਦੀ ਗੱਲ ਹੁੰਦੀ ਜਿਹਨੂੰ ਦੀ ਟਿਕਟ ਕੱਟੀ ਜਾਂਦੀ ਆ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ, ਅਸੀਂ ਰੱਬ ਨੂੰ ਮੰਨਣ ਵਾਲੇ ਬੰਦੇ ਆ। ਅਸੀਂ ਬਿਲਕੁਲ ਤੇਰੀ ਟਿਕਟ ਤੇ ਦਾਅਵੇਦਾਰੀ ਨਹੀਂ ਕਰਨੀ। ਇਹ ਗੱਲ ਮੇਰੀ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਵੀ ਹੋਈ ਆ, ਮੈਡਮ ਨਵਜੋਤ ਕੌਰ ਸਿੱਧੂ ਨੇ ਵੀ ਹੋਈ। ਮਤਲਬ ਇਹ ਗੇਮ ਸੈਟਿੰਗ ਸੀ ਕਿ ਅਸੀਂ ਤੁਹਾਡੇ ਵਾਸਤੇ ਵਿੱਚ ਰਾਜ ਨਹੀਂ ਆਵਾਂਗੇ? ਗੇਮ ਸੈਟਿੰਗ ਨਹੀਂ ਹੁੰਦੀ। ਗੇਮ ਸੈਟ ਫਿਰ ਜੇ ਕੋਈ ਬੰਦਾ ਅਸੂਲ ਦੀ ਗੱਲ ਕਰਦਾ ਉਹ ਗੇਮ ਸੈਟਿੰਗ ਹੋ ਗਈ, ਤੇ ਜੇ ਕੋਈ ਬੰਦਾ ਦੂਸਰੀ ਗੱਲ ਕਰੇ ਉਹ ਸਿਆਸਤ ਹੋ ਗਈ। ਇਹ ਨਹੀਂ ਹੁੰਦਾ। ਅਸੂਲ ਨੇ, ਅਸੂਲ ਦੀ ਗੱਲ ਹੀ ਅਖੀਰ ਤੇ ਮੰਨੀ ਜਾਂਦੀ ਹੈ। ਗੇਮ ਜਿੰਨੀ ਮਰਜ਼ੀ ਸੈਟਿੰਗ ਕਰ ਲਈਏ, ਗੇਮਾਂ ਨਾਲ ਗੇਮ ਨਹੀਂ। ਇਹ ਪੋਲਿਟਿਕਸ 'ਚ ਨਹੀਂ, ਪੋਲਿਟਿਕਸ 'ਚ ਅਸੂਲ ਔਰ ਜਿਹੜੀ ਕਰਨੀ ਹੈ, ਕਾਰਜ ਕਰਨੇ ਆ, ਉਹ ਸਾਰੇ ਡਿਪੈਂਡ ਕਰਦੇ ਨੀਤੀ ਔਰ ਨੀਅਤ। ਕਿਵੇਂ ਧੜੇ ਕਿਵੇਂ ਇਕੱਠੇ ਕਰੋਗੇ? ਵੇਰਕਾ ਸਾਹਿਬ ਦਾ ਅੱਡ, OP ਸੋਨੀ ਅੱਡ ਨੇ, ਤੁਹਾਡੇ ਸਿੱਧੂ ਸਾਹਿਬ ਅੱਡ ਨੇ, ਹੁਣ ਤੁਹਾਡੇ ਜਿਹੜੇ ਵਿਧਾਇਕ ਨੇ ਤਿੰਨੇ ਆਪਣੇ ਆਪ 'ਚ ਵੱਡੇ ਨਾਮ ਨੇ, ਇਹਨਾਂ ਨੂੰ ਗੁਰਜੀਤ ਸਿੰਘ ਔਜਲਾ ਇੱਕ ਪਲੇਟਫਾਰਮ ਤੇ ਕਿਵੇਂ ਲੈ ਕੇ ਆਉਣਗੇ? ਤੇ ਤੁਹਾਡੇ ਮੇਅਰ ਸਾਹਿਬ ਰਿੰਟੂ ਉਹਦੇ ਦਾਅਵੇਦਾਰ ਸਨ, ਹੁਣ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਇਕੱਠਾ ਤੇ ਕਰਨਾ ਪਏਗਾ। ਮੈਂ ਗੱਲ ਕਰ ਰਿਹਾ ਨਾ, ਪਾਰਟੀ ਦੇ ਲੈਵਲ ਤੇ ਸਾਰੇ ਇਕੱਠੇ ਨਹੀਂ। ਹਰ ਕਿਸੇ ਬੰਦੇ ਨੂੰ ਪਾਰਟੀ ਨੇ ਆਪਣਾ ਅਹੁਦਾ ਨਾਲ ਨਵਾਜਿਆ ਆ। ਔਰ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਚੰਗਾ ਲੱਗ ਸਕਦਾ, ਕੋਈ ਵੀ ਬੰਦਾ ਕਿਸੇ ਦੀ ਹਾਮੀ ਭਰ ਸਕਦਾ। ਇਹਦੇ ਨਾਲ ਤੁਸੀਂ ਧੜੇਬੰਦੀ ਨਹੀਂ ਕਹਿ ਸਕਦੇ। ਪਾਰਟੀ ਲੈਵਲ ਤੇ ਪਾਰਟੀ ਦੇ ਨਾਲ ਸਾਰੇ ਖੜੇ ਨੇ। ਮੇਰੀ ਸਾਰਿਆਂ ਨਾਲ ਗੱਲ ਹੋਈ ਆ, ਕੋਈ ਇਹੋ ਜਿਹੀ ਗੱਲ ਨਹੀਂ। ਪਾਰਟੀ ਤੁਹਾਡੇ ਸਾਹਮਣੇ ਆ। ਤੁਸੀਂ 2019 ਦਾ ਜਿਹੜਾ 23 ਮਈ ਨੂੰ ਰਿਜ਼ਲਟ ਆਉਣਾ ਆ, ਆਪਾਂ ਹਰਪ੍ਰੀਤ ਜੀ ਉਦੋਂ ਵੀ ਗੱਲ ਕਰਾਂਗੇ। ਇਹ ਸਾਰੇ ਮੇਰੇ ਮਾਨਯੋਗ ਲੀਡਰ ਸਾਹਿਬਾਨ, ਸਾਡੇ ਵੱਡੇ ਲੀਡਰ ਸਾਹਿਬਾਨ ਨੇ, ਤੇ ਮੈਂ ਉਹਨਾਂ ਦਾ ਛੋਟਾ ਬੱਚਿਆਂ ਵਰਗਾ ਹਾਂ ਔਰ ਮੇਰੇ ਨਾਲ ਉਹ ਹਮੇਸ਼ਾ ਹੀ ਪਿੱਠ ਤੇ ਖੜੇ ਹੋਏ ਨੇ। ਔਰ ਇਹੋ ਜਿਹੀ ਕੋਈ ਗੱਲ ਨਹੀਂ। ਬਾਕੀ ਜਿਹੜਾ ਸੀਨੀਅਰ ਹੁੰਦਾ ਉਹਨੇ ਹਮੇਸ਼ਾ ਸੀਨੀਅਰ ਹੀ ਰਹਿਣਾ ਆ, ਉਹ ਹਮੇਸ਼ਾ ਹੀ ਸੀਨੀਅਰ ਗਿਣੇ ਜਾਣਗੇ। ਅੰਮ੍ਰਿਤਸਰ ਸਿਆਸੀ ਧੜਾ ਕਿਵੇਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਓਗੇ? ਆਪਣੀ ਉੱਥੋਂ ਰਾਜਨੀਤਿਕ ਵਿਰਾਸਤ ਹੋਗੇ ਸਿਆਸਤ? ਮੈਂ ਤੁਹਾਨੂੰ ਗੱਲ ਦੱਸਤੀ ਕਿ ਅੰਮ੍ਰਿਤਸਰ ਨੂੰ ਪਹਿਲੀ ਗੱਲ ਤੁਸੀਂ ਕਹਿੰਦੇ ਲੋਕ ਜਿੱਤਦੇ ਨੇ, ਅੰਮ੍ਰਿਤਸਰ ਨੂੰ ਜਿੱਤ ਕੇ ਆਉਂਦੇ ਨੇ। ਮੈਂ ਜਿੱਤ ਕੇ ਨਹੀਂ ਆਉਣਾ, ਅੰਮ੍ਰਿਤਸਰ ਨੇ ਮੈਨੂੰ ਜਿਤਾ ਕੇ ਭੇਜਣਾ ਹੈ। ਇੱਕ ਗੱਲ, ਮੇਰੇ 'ਚ ਇੰਨੀ ਕਾਬਲੀਅਤ ਹੈ ਨਹੀਂ, ਮੇਰੇ 'ਚ ਇੰਨੀ ਜਾਨ ਹੈ ਨਹੀਂ, ਮੇਰੇ ਕਿਤੇ ਵੱਡਿਆਂ ਛੋਟਿਆਂ 'ਚ ਕਿਸੇ 'ਚ ਵੀ ਜਾਨ ਹੈ ਨਹੀਂ, ਤੇ ਨਾ ਕਿਸੇ 'ਚ ਜਾਨ ਹੈਗੀ ਅੰਮ੍ਰਿਤਸਰ ਨੂੰ ਜਿੱਤ ਜੇ ਕੋਈ। ਅੰਮ੍ਰਿਤਸਰ ਜਿਤਾਉਂਦਾ ਹੈ ਔਰ ਅੰਮ੍ਰਿਤਸਰ ਨੇ ਜਿਤਾਉਣਾ ਹੈ। ਜਿੱਥੋਂ ਤੱਕ ਕੰਮਾਂ ਦਾ ਸਵਾਲ ਆ, ਮੈਂ ਜਿੰਨੇ ਕੰਮ ਕਹੇ ਸੀ, ਜੇ ਮੈਂ 에ਅਰਪੋਰਟ ਦੀ ਗੱਲ ਕੀਤੀ ਆ, ਫਲਾਈਟਾਂ ਚਾਲੂ ਹੋਈਆਂ ਤੁਹਾਡੇ ਸਾਹਮਣੇ, ਪਰ ਉਹਦਾ ਕ੍ਰੈਡਿਟ ਤਾਂ ਸ਼ਵੇਤ ਮਲਿਕ ਵੀ ਲੈਂਦੇ ਨੇ। ਦੇਖੋ ਕ੍ਰੈਡਿਟ ਲੈਣਾ ਨਹੀਂ ਲੈਣਾ ਇਹ ਹੁਣ ਲੋਕਾਂ ਨੇ ਆਹ ਡਿਸਾਈਡ ਕਰਨਾ ਨਾ। ਹੁਣ ਅਸੀਂ ਲੋਕ ਕਚਹਿਰੀ 'ਚ ਜਾਣਾ ਨਾ, ਲੋਕ ਕਚਹਿਰੀ 'ਚ ਕਿਉਂ 5 ਸਾਲ ਬਾਅਦ ਲੋਕਾਂ ਕਚਹਿਰੀ 'ਚ ਜਾਇਆ ਜਾਂਦਾ?
ਉਹ ਤੇ ਮੈਂ ਕ੍ਰੈਡਿਟ ਤੇ ਮੈਂ ਮੀਡੀਆ ਵਾਲਿਆਂ ਨੂੰ ਵੀ ਦਿੰਦਾ ਤੁਹਾਨੂੰ, ਤੁਸੀਂ ਬਹੁਤ ਖਬਰਾਂ ਇਹ ਲਾਉਂਦੇ ਰਹੇ ਜੇ, ਕ੍ਰੈਡਿਟ ਤੇ ਤੁਹਾਨੂੰ ਵੀ ਜਾਂਦਾ। ਸੋ ਕ੍ਰੈਡਿਟ ਤੇ ਲੈਣਾ ਕਿਹਨੂੰ ਦੇਣਾ ਆ, ਹਰ ਕੋਈ ਮੰਗਦਾ ਕ੍ਰੈਡਿਟ ਮੇਰਾ ਹੈ, ਪਰ ਇਹ ਪਬਲਿਕ ਨੇ ਡਿਸਾਈਡ ਕਰਨਾ ਹੈ। ਸੋ ਜਿਹੜੇ ਮੁੱਦੇ ਆ, ਪਾਰਲੀਮੈਂਟ ਇੱਕ ਪਲੇਟਫਾਰਮ ਹੈ ਇਲੈਕਟਿਡ ਬੰਦੇ ਦਾ, ਜਿੱਥੋਂ ਸਾਰਾ ਕੁਝ ਸ਼ੁਰੂ ਹੁੰਦਾ ਹੈ ਦੇਸ਼ ਦਾ। ਤੁਸੀਂ ਆਪ ਦੱਸੋ ਕਿ ਪਾਰਲੀਮੈਂਟ 'ਚ ਆਵਾਜ਼ ਬੁਲੰਦ ਹੁੰਦੀ ਕਿ ਨਹੀਂ ਹੁੰਦੀ? ਬਾਰ-ਬਾਰ ਮੰਤਰੀ ਸਾਹਿਬ ਨੂੰ ਕਿਹਾ ਜਾਂਦਾ ਹੈ ਕਿ ਨਹੀਂ ਕਿਹਾ ਜਾਂਦਾ? ਤੇ ਪਾਰਲੀਮੈਂਟ ਜਿਹੜਾ ਇਲੈਕਟਿਡ ਆ, ਮੈਂਬਰ ਪਾਰਲੀਮੈਂਟ ਹੁੰਦਾ, ਉਹਦੀ ਆਵਾਜ਼ ਹਰ ਕੋਈ ਸੁਣਦਾ ਆ, ਸਰਕਾਰ ਸੁਣਦੀ ਹੈ, ਬਸ਼ਰਤੇ ਇਹ ਕਿ ਉਹਦੀ ਨੀਅਤ ਸਾਫ਼ ਹੋਵੇ ਤੇ ਉਹ ਨੀਅਤ ਸਾਫ਼ ਦੇ ਨਾਲ ਪਾਰਟੀ ਲਈ ਔਰ ਦੇਸ਼ ਲਈ ਔਰ ਆਪਣੇ ਸ਼ਹਿਰ ਲਈ ਕੰਮ ਕਰੇ। ਕਦੀ ਇਹੋ ਜਿਹੀ ਗੱਲ ਨਹੀਂ ਕਿ ਕੰਮ ਨਹੀਂ ਹੁੰਦੇ। ਮੈਂ ਹਮੇਸ਼ਾ ਹੀ ਸ਼ਵੇਤ ਮਲਿਕ ਹੋਣਾ ਦਾ ਵੀ ਧੰਨਵਾਦ ਕੀਤਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਜਿੱਥੋਂ ਤੱਕ ਕੰਮਾਂ ਦਾ ਗੱਲ ਆ, ਉਹ ਇਲੈਕਟਿਡ ਜਿਹੜਾ ਚੇਅਰ ਹੁੰਦੀ ਆ, ਉਹਦੇ ਹੀ ਅੰਡਰ ਆਉਂਦੇ ਨੇ ਤੇ ਉਹਦੇ ਹੀ ਖਾਤੇ 'ਚ ਪੈਂਦੇ ਨੇ। ਸ਼ਮਸ਼ੇਰ ਸਿੰਘ ਦੁੱਲੋ ਨੇ ਕਿਹਾ ਕਿ ਸਿਆਸਤ ਸਾਡੀ ਜਿਹੜੀ ਪਾਰਟੀ ਦੀ ਹੈ ਉਹਦੇ 'ਚ ਪਿਛੜਿਆਂ ਦੀ ਸੁਣੀ ਨਹੀਂ ਜਾਣ ਡਈ, ਜਿਹੜਾ ਦਲਿਤ ਭਾਈਚਾਰਾ ਉਹਦੀ ਸੁਣੀ ਨਹੀਂ ਜਾਣ ਡਈ। ਸਰਕਾਰ ਨੇ ਜੋ ਵਾਅਦੇ ਕੀਤੇ ਸਨ 2017 'ਚ, ਕਿਉਂਕਿ ਜ਼ਾਹਿਰ ਤੌਰ 'ਤੇ ਤੁਸੀਂ ਆਪਣੀ ਸਰਕਾਰ ਦਾ ਨਾਮ ਲੈ ਕੇ, ਆਪਣੀ ਪਾਰਟੀ ਦਾ ਨਾਮ ਲੈ ਕੇ ਲੜਨ ਜਾਓਗੇ, ਕਿਵੇਂ ਲੋਕਾਂ ਨੂੰ ਜਸਟੀਫਾਈ ਕਰੋਗੇ ਕਿ ਅਸੀਂ ਆਹ ਤੁਹਾਡੇ ਨਾਲ ਵਾਅਦੇ ਕੀਤੇ ਸਨ ਤੇ ਆਹ ਸਾਡੇ ਪੂਰੇ ਨੇ? ਮੋਬਾਈਲ ਫੋਨ ਕਿਤੇ ਨਹੀਂ ਲੱਭ ਰਹੇ, ਨੌਕਰੀਆਂ ਦਾ ਕੀ ਹਾਲ ਹੈ, 900 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕਿਆ। ਦੇਖੋ, ਜਿਸ ਹਾਲਾਤ 'ਚ ਪੰਜਾਬ ਕੈਪਟਨ ਸਾਹਿਬ ਨੂੰ ਦਿੱਤਾ ਸੀ, ਪਹਿਲੀ ਗੱਲ ਤੇ ਇਹ ਦੇਖੋ ਕਿ ਉਸ ਹਾਲਾਤ ਦੇ ਵਿੱਚੋਂ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਸਾਡੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੀ ਕੈਬਨਿਟ ਬਾਹਰ ਲੈ ਕੇ ਆ ਰਹੀ ਆ। ਓਵਰਨਾਈਟ ਕੁਛ ਨਹੀਂ ਹੋ ਸਕਦਾ। ਜਾਂ ਤਾਂ ਕੈਪਟਨ ਸਾਹਿਬ ਕੋਲ 3-4 ਲੱਖ ਕਰੋੜ ਰੁਪਈਆ ਪਿਆ ਸੀ, ਜਾਂ ਉਹ ਟੈਕਸ ਇੰਨੇ ਜ਼ਿਆਦਾ ਵਧਾਉਂਦੇ ਲੋਕਾਂ ਦੇ ਉੱਤੇ ਤੇ ਲੋਕਾਂ ਤੋਂ ਟੈਕਸ ਇਕੱਠੇ ਕਰਕੇ ਸਾਰਾ ਕੁਝ ਕਰਦੇ। ਪਰ ਉਹਨਾਂ ਬੜੇ ਤਰੀਕੇ ਦੇ ਨਾਲ, ਬੜੇ ਵਧੀਆ, ਮਤਲਬ ਸਾਇੰਟੀਫਿਕ ਤਰੰਗ ਦੇ ਨਾਲ, ਬੜੇ ਵਧੀਆ ਅਫਸਰਾਂ ਨਾਲ ਲੈ ਕੇ ਪੰਜਾਬ ਨੂੰ ਮੁੜ ਨੀਅਤ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਕੋਈ ਇਹੋ ਜਿਹੀ ਗੱਲ ਨਹੀਂ। ਜਿਹੜੇ ਵਾਅਦੇ ਕੀਤੇ ਨੇ, ਸਭ ਤੋਂ ਵੱਡਾ ਕਿਸਾਨਾਂ ਦਾ ਕਰਜ਼ ਮਾਫੀ ਦੀ ਗੱਲ, ਤੁਸੀਂ ਆਪ ਦੱਸੋ ਕਿਹੜੀ ਸਰਕਾਰ ਆ ਜਿਹਨੇ ਰੁਪਈਆ ਵੀ ਮਾਫ ਕੀਤਾ? ਔਰ ਕੈਪਟਨ ਸਾਹਿਬ ਨੇ ਇਹ ਨਹੀਂ ਕਿਹਾ ਸੀ ਵੀ ਚਲੋ ਹੁਣ ਅਗਲੀ MP ਇਲੈਕਸ਼ਨ ਉਹ ਮਹੀਨਾ ਕੁ ਪਹਿਲਾਂ ਅਨਾਊਂਸ ਕਰ ਦਿਆਂਗੇ। ਪਹਿਲੀ ਕੈਬਨਿਟ ਦੇ ਵਿੱਚ ਇਹ ਪਾਸ ਹੋਈ। ਪੈਨਸ਼ਨ ਵਧਾਉਣ ਦੀ ਗੱਲ ਪਿਛਲੀ ਸਰਕਾਰ ਨੇ 9 ਸਾਲ ਲਟਕਾ ਕੇ ਰੱਖਿਆ, 250 ਤੋਂ 500 ਕਰ ਲੱਗਿਆ, ਅਖੀਰਲੇ ਜਾਣ ਵੇਲੇ ਕੀਤਾ। ਸਟਾਰਟ 'ਚ ਕੀਤੀ 750। ਗਰੀਬਾਂ ਦੇ ਕਰਜ਼ੇ ਮਾਫ ਜਿਹੜੀ ਉਹਨਾਂ ਨੇ ਪਾਸ ਕੀਤਾ ਹੈ। ਕੈਬਨਿਟ ਦੇ ਅਨੇਕਾਂ ਫੈਸਲੇ ਜਿਹੜੇ ਲੋਕ ਹਿੱਤਾਂ ਦੇ ਸੀ, ਤੁਸੀਂ ਦੇਖੋ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੇ ਸਾਰੀਆਂ ਇਲੈਕਸ਼ਨਾਂ ਜਿਤਾਈਆਂ ਨੇ। ਜੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਕਾਂਗਰਸ ਪ੍ਰਤੀ ਜਾਂ ਕੈਪਟਨ ਸਾਹਿਬ ਦੇ ਪ੍ਰਤੀ ਕੋਈ ਇਹੋ ਜਿਹੀ ਗੱਲ ਹੁੰਦੀ ਤੇ ਕਿਹੜੀ ਇਲੈਕਸ਼ਨ ਹੈ? ਜਿਹੜੀਆਂ 5-6 ਇਲੈਕਸ਼ਨਾਂ ਹੋਈਆਂ ਨੇ ਵੱਡੀਆਂ, ਸਾਰੀਆਂ ਜਿੱਤੀਆਂ ਨੇ ਪਾਰਟੀ ਨੇ। ਔਰ ਵੱਡੀ ਗੱਲ, ਤੁਹਾਡਾ ਮੀਡੀਆ ਵੀ ਗਵਾਹ ਇਸ ਗੱਲ ਦਾ, ਚੰਦ ਘਟਨਾਵਾਂ ਨੂੰ ਛੱਡ ਕੇ ਪਾਕ ਸਾਫ ਇਲੈਕਸ਼ਨਾਂ ਹੋਈਆਂ। ਚਾਹੇ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਇਲੈਕਸ਼ਨ ਦੀ ਤੁਸੀਂ ਗੱਲ ਕਰ ਲਓ, ਗੁਰਦਾਸਪੁਰ ਬਾਈ ਇਲੈਕਸ਼ਨ ਦੀ ਗੱਲ ਕਰ ਲਓ, ਪਹਿਲੀ ਵਾਰੀ ਹੈ ਬਾਈ ਇਲੈਕਸ਼ਨ ਇੱਦਾਂ ਹੁੰਦੀ ਹੈ। ਅੱਗੇ ਬਾਈ ਇਲੈਕਸ਼ਨ ਹੁੰਦੀ ਨਹੀਂ ਸੀ, ਅੱਗੇ ਇਲੈਕਸ਼ਨ ਲੁੱਟਣ ਆਉਂਦੇ ਸੀ। ਆ ਪਹਿਲਾ ਸਮਾਂ ਹੈ ਕਿ ਲੋਕਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਖੁੱਲ੍ਹੀ ਇਜਾਜ਼ਤ ਦਿੱਤੀ ਗਈ ਹੈ। ਧੱਕਿਆਂ ਦੇ ਇੰਤਜ਼ਾਮ ਤੇ ਤੁਹਾਡੇ ਤੇ ਵੀ ਲੱਗਦੇ ਰਹੇ ਹਰ ਇਲੈਕਸ਼ਨ 'ਚ। ਮੈਂ ਹਰਪ੍ਰੀਤ ਜੀ ਉਹੀ ਗੱਲ ਕਹਿ ਰਿਹਾ, ਮੈਂ ਇੱਕਾ ਦੁੱਕਾ ਘਟਨਾਵਾਂ ਦੀ ਗੱਲ ਤੁਹਾਨੂੰ ਕਹਿ ਦਿੱਤੀ ਹੈ, ਪਰ ਲੋਕ ਫੈਸਲਾ ਕਰਦੇ ਨੇ। ਮੈਂ ਉਹੀ ਗੱਲ ਕੀਤੀ ਆ। ਅੱਜ ਅੰਮ੍ਰਿਤਸਰ ਜਾਣਾ ਆ, ਮੈਂ ਵੀ ਜਦੋਂ ਕੌਂਸਲਰ ਬਣਿਆ ਸੀ ਤੇ ਲੋਕਾਂ ਨੂੰ ਪੁੱਛ ਲਿਓ ਵੀ ਗੁਰਜੀਤ ਔਜਲੇ ਦੀ ਕੌਂਸਲਰ ਦੀ ਇਲੈਕਸ਼ਨ ਦੀ ਜਿਹੜੀ ਆ 2018 ਦਸੰਬਰ 'ਚ ਹੋਈ ਹੈ, ਇਹਦਾ ਕੋਈ ਫਰਕ ਹੈਗਾ ਸੀ? ਸੌਰੀ 17 'ਚ ਹੋਈ ਹੈ ਐਂਡ 'ਚ। ਇਹਦਾ ਕੋਈ ਫਰਕ ਹੈਗਾ? ਜ਼ਮੀਨ ਅਸਮਾਨ ਦਾ ਫਰਕ ਸੀ ਇਹਦਾ। ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਕਿ ਕੈਪਚਰਿੰਗ ਕਰੇ, ਕੁਛ ਕਰੇ। ਅੰਮ੍ਰਿਤਸਰ ਗੁਰੂ ਨਗਰੀ ਹੈ, ਉੱਥੇ ਆਪਾਂ ਉੱਥੇ ਜਾ ਕੇ ਸਵਾਲ ਕਰ ਸਕਦੇ ਹਾਂ। ਇੱਕਾ ਦੁੱਕਾ ਘਟਨਾਵਾਂ ਨੂੰ ਮੈਂ ਨਹੀਂ ਕਹਿ ਸਕਦਾ, ਕਿਉਂਕਿ ਇਹ ਸਾਡਾ ਸਮਾਜਿਕ ਜੀਨਸ ਇਹੋ ਜਿਹੇ ਹੁੰਦੇ। ਕਈ ਵਾਰੀ ਕੋਈ ਆਪਸੀ ਦੁਸ਼ਮਣੀਆਂ, ਆਪਸੀ ਇਹੋ ਜਿਹੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਦੁਰਘਟਨਾ ਵਾਪਰ ਜਾਂਦੀ ਹੈ। ਅੰਮ੍ਰਿਤਸਰ ਦੀ ਮੈਂ ਸਿਆਸਤ ਦੀ ਗੱਲ ਕਰਾਂ ਤਾਂ ਉੱਥੇ ਹਿੰਦੂ ਵੋਟਰ ਬਹੁਤ ਜ਼ਿਆਦਾ ਹੈ। ਸਿੱਖ ਸੀਟ ਹੋਣ ਦੇ ਬਾਵਜੂਦ ਹਿੰਦੂ ਵੋਟਰ ਬਹੁਤ ਹੈ। ਤੁਸੀਂ ਸਿੱਖ ਚਿਹਰਾ ਹੋ, ਕਿੰਨੀ ਆਪਣੀ ਜਿੱਤ ਦੀ ਸੰਭਾਵਨਾ ਨੂੰ ਉਸ ਨਜ਼ਰੀਏ ਨਾਲ ਦੇਖਦੇ ਹੋ? ਕਿਉਂਕਿ ਸਭ ਤੋਂ ਜ਼ਿਆਦਾ ਹਿੰਦੂ ਵੋਟਰ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀਟ ਹੈ ਉਸ 'ਤੇ ਮੌਜੂਦ ਹੈ। ਮੈਂ ਇੱਕ ਤੁਹਾਨੂੰ ਗੱਲ ਕਹਾਂ, ਮੈਂ ਅੰਮ੍ਰਿਤਸਰ ਦੇ ਨਾਗਰਿਕ ਨੂੰ ਅੰਮ੍ਰਿਤਸਰ ਦਾ ਨਾਗਰਿਕ ਮੰਨਦਾ ਹੈ। ਚਾਹੇ ਉਹ ਮੰਦਿਰ ਜਾਂਦਾ ਹੈ, ਚਾਹੇ ਗੁਰਦੁਆਰੇ ਜਾਂਦਾ, ਚਾਹੇ ਚਰਚ 'ਚ ਜਾਂਦਾ, ਚਾਹੇ ਮਸਜਿਦ 'ਚ ਜਾਂਦਾ ਹੈ, ਉਹਦਾ ਅਧਿਕਾਰ ਆ। ਅੰਮ੍ਰਿਤਸਰ ਦੇ ਨਾਗਰਿਕ ਦਾ ਮੇਰਾ ਫਰਜ਼ ਬਣਦਾ ਆ ਉਹਦੇ ਸੰਵਿਧਾਨਿਕ ਅਧਿਕਾਰ ਜਿਹੜੇ ਨੇ ਉਹਦੇ ਤੱਕ ਪੁੱਜਦਾ ਕਰਨਾ। ਮੈਂ ਇਹ ਨਹੀਂ ਦੇਖਣਾ ਕਿ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਇਹਨੂੰ ਘਟਾਉਣਾ ਜਾਂ ਵਧਾਉਣਾ। ਇਹ ਕੁਛ ਫਿਰਕਾ ਪ੍ਰਸਤ ਪਾਰਟੀਆਂ ਦੇ ਅੰਦਰ ਹੁੰਦਾ ਆ। ਅਸੀਂ ਰਾਜਨੀਤੀ ਜਿਹੜੀ ਆ ਉਹਦੇ ਸੰਵਿਧਾਨਿਕ ਅਧਿਕਾਰ ਮਿਲੇ ਨੇ। ਬਾਬਾ ਸਾਹਿਬ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਉਹਦੇ ਮੁਤਾਬਕ ਜੋ ਹੈਗਾ ਅਸੀਂ ਉਹ ਇਨ ਬਿਨ ਲਾਗੂ ਕਰਾਉਣਾ ਆ। ਉਹਦਾ ਫਾਇਦਾ ਹਰ ਵਰਗ ਨੂੰ ਹੋਣਾ ਹੈ, ਚਾਹੇ ਉਹ ਕਿਸੇ ਧਰਮ ਨੂੰ ਮੰਨਦਾ ਹੋਵੇ। ਧਰਮ ਨੂੰ ਮੰਨਣਾ ਹਰ ਇੱਕ ਦੀ ਆਜ਼ਾਦੀ ਆ। ਸੋ ਨਾ ਕੋਈ ਸਾਡੇ ਲਈ ਹਿੰਦੂ ਆ, ਨਾ ਮੁਸਲਮਾਨ ਆ, ਨਾ ਅਸੀਂ
ਸਿੱਖ ਆ, ਮੈਂ ਉਹਨੂੰ ਸਭ ਤੋਂ ਪਹਿਲਾਂ ਇੱਕ ਇਨਸਾਨ ਮੰਗਦਾ ਹਾਂ। ਜਿਹੜੀ ਸਾਡੇ ਗੁਰੂ ਸਾਹਿਬਾਨ ਜਿੱਥੇ ਮੈਂ ਨੁਮਾਇੰਦਗੀ ਕਰਨ ਜਾ ਰਿਹਾ, ਜਿੱਥੇ ਗੁਰੂ ਮਹਾਰਾਜ ਨੇ ਕਿਰਪਾ ਰੱਖੀ ਤੇ ਉਹਦਾ ਜਿਹੜਾ ਸੰਦੇਸ਼ ਹੈ, ਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਰਿੰਦਰ ਸਿੰਘ ਖਾਲਸਾ, ਸੋ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਹਰਪ੍ਰੀਤ ਜੀ ਰਾਜਨੀਤੀ ਕਰਨੀ। ਹਰਿੰਦਰ ਸਿੰਘ ਖਾਲਸਾ ਬੀਜੇਪੀ ਨੂੰ ਜੁਆਇਨ ਕਰ ਚੁੱਕੇ ਨੇ। ਹਰਦੀਪ ਸਿੰਘ ਪੁਰੀ ਵੱਡੇ ਮੰਤਰੀ ਨੇ ਕੇਂਦਰ 'ਚ, ਉਹਨਾਂ ਦਾ ਨਾਮ ਆ ਰਿਹਾ ਹੈ ਕਿ ਉਹ ਲੋਕ ਬੀਜੇਪੀ ਤੋਂ ਲੜ ਸਕਦੇ ਨੇ। ਕਿੰਨੀ ਵੱਡੀ ਚੁਣੌਤੀ ਗੁਰਜੀਤ ਔਜਲਾ ਵਾਸਤੇ ਇਹ ਦੋ ਚਿਹਰੇ, ਖਾਸ ਤੌਰ ਤੇ ਸਿੱਖ ਚਿਹਰੇ ਨੇ, ਪੰਥਕ ਚਿਹਰੇ ਸੀਟ ਹੈ, ਕਿਸ ਤਰੀਕੇ ਨਾਲ ਕਿੰਨੀ ਵੱਡੀ ਚੁਣੌਤੀ ਤੁਹਾਡੇ ਵਾਸਤੇ ਰਹਿਣਗੇ? ਇਹ ਤੇ ਉਹਨਾਂ ਨੂੰ ਪੁੱਛੋ ਨਾ ਕਿ ਜਿਨ੍ਹਾਂ ਨੇ ਅੰਮ੍ਰਿਤਸਰ ਆਉਣਾ ਹੈ, ਵੀ ਗੁਰਜੀਤ ਔਜਲਾ ਕਿੰਨੀ ਵੱਡੀ ਚੁਣੌਤੀ, ਤੁਸੀਂ ਅੰਮ੍ਰਿਤਸਰ ਜਾ ਰਹੇ ਜੇ। ਇੱਕ ਕਿਸਾਨ ਪਰਿਵਾਰ ਦਾ ਬੇਟਾ, ਇੱਕ ਸਧਾਰਨ ਪਰਿਵਾਰ ਦਾ, ਇੱਕ ਆਮ ਵਰਕਰ ਜਿਹੜਾ ਕਾਂਗਰਸ ਪਾਰਟੀ ਦਾ, ਉਹਨੂੰ ਮੈਂਬਰ ਪਾਰਲੀਮੈਂਟ ਇੱਕ ਵਾਰੀ ਬਣਿਆ, 2 ਸਾਲ ਰਿਹਾ ਤੇ ਪਾਰਟੀ ਨੇ ਫਿਰ ਦੁਬਾਰਾ ਫੀਲਡ 'ਚ ਕੀਤਾ। ਉਹਨਾਂ ਨੂੰ ਪੁੱਛੋ ਵੀ ਕਿੰਨੀ ਵੱਡੀ ਚੁਣੌਤੀ ਹੈ। ਮੈਨੂੰ ਪੁੱਛਣ ਦੀ ਲੋੜ ਨਹੀਂ, ਕਿਉਂਕਿ ਮੈਂ ਤੇ ਉੱਤੇ ਲੋਕਾਂ ਦੇ ਵਿੱਚ ਲੋਕਾਂ ਦਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ। ਇਹੋ ਜਿਹੀ ਕੋਈ ਦਿੱਕਤ ਨਹੀਂ। ਇਹ ਚੁਣੌਤੀਆਂ ਉਹ ਡਿਸਾਈਡ ਕਰਨ, ਹਰਿੰਦਰ ਜੀ ਨੇ, ਖਾਲਸਾ ਜੀ ਨੇ ਆਉਣਾ ਕਿ ਹਰਦੀਪ ਪੁਰੀ ਜੀ ਨੇ ਆਉਣਾ, ਇਹ ਤਾਂ ਉਹ ਡਿਸਾਈਡ ਕਰਨਗੇ। ਉਹ ਵੱਡੇ ਨੇ, ਸਾਡੇ ਤੋਂ ਸਨਮਾਨਯੋਗ, ਸਿਆਣੇ ਵੀ ਨੇ, ਦੂਰ ਅੰਦੇਸ਼ੀ ਵੀ ਨੇ। ਪਰ ਇੱਕ ਗੱਲ ਇਹ ਬੜੀ ਕਲੀਅਰ ਆ ਕਿ ਅੰਮ੍ਰਿਤਸਰ ਦੇ ਵਿੱਚ ਵੋਟ ਜਿਹੜੀ ਆ ਉਹ ਹਰ ਬੰਦੇ ਦਾ ਪਿਛੋਕੜ ਵੇਖ ਕੇ, ਉਹਦੇ ਕੰਮਾਂ ਨੂੰ ਵੇਖ ਕੇ ਪਊਗੀ। ਇਹ ਨਹੀਂ ਕਿ ਗੁਰਜੀਤ ਔਜਲਾ ਬਹੁਤ ਵਧੀਆ ਕੱਪੜੇ ਪਾਊਗਾ ਜਾਂ ਗੁਰਜੀਤ ਔਜਲਾ ਬੜਾ ਤੁਰਿਆ ਫਿਰਦਾ, ਇਹਦੇ ਨਾਲ ਹੋਊਗਾ। ਲੋਕਾਂ ਨੇ ਅੱਜ ਪੜਚੋਲ ਕਰਨੀ ਆ ਕੈਂਡੀਡੇਟ ਦੀ, ਇਹ ਗੱਲ ਸਮਝ ਰਹੇ ਹੋ ਤੁਸੀਂ। ਤੁਹਾਡੀ ਪਾਰਟੀ ਦਾ ਮੈਨੀਫੈਸਟੋ ਵੀ ਆ ਚੁੱਕਿਆ ਹੈ। 72,000 ਦੀ ਤੁਸੀਂ ਗੱਲ ਕਰਦੇ ਹੋ ਸਾਲ ਦੇਣ ਦੀ, 22 ਲੱਖ ਨੌਕਰੀਆਂ ਦੀ ਗੱਲ ਕਰਦੇ ਹੋ, ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਹੋ। ਕਿਵੇਂ ਹੋਏਗਾ? ਤੁਹਾਡੀ ਪਾਰਟੀ ਨੇ ਜ਼ਾਹਿਰ ਤੌਰ ਤੇ ਮੈਨੀਫੈਸਟੋ ਦਿੱਤਾ, ਤੁਸੀਂ ਸਿਟਿੰਗ MP ਹੋ, ਤੁਹਾਡੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੋਵੇਗਾ। ਕਿਸ ਤਰੀਕੇ ਨਾਲ ਸਾਰੀ ਚੀਜ਼ਾਂ ਨੂੰ ਅੱਗੇ ਲੈ ਕੇ ਜਾਓਗੇ? ਕਿਉਂਕਿ ਬੀਜੇਪੀ ਦੇ ਜਿਹੜੇ ਵਾਅਦੇ ਸਨ ਮੈਨੀਫੈਸਟੋ ਦੇ, ਉਹਨੂੰ ਤੁਸੀਂ ਜੁਮਲਾ ਦੱਸਦੇ ਹੋ ਤੇ ਉਹ ਕਹਿੰਦੇ ਨੇ ਕਿ ਜੋ ਰਾਹੁਲ ਗਾਂਧੀ ਕਹਿ ਰਹੇ ਨੇ ਸਿਰਫ ਕੋਰਾ ਝੂਠ ਹੈ, ਇਹ ਸਾਬਿਤ ਨਹੀਂ ਹੋ ਸਕਦਾ, ਜਿਹੜੀਆਂ ਚੀਜ਼ਾਂ ਇਹ ਕੀਆਂ ਜਾਣ। ਮੈਂ ਗੱਲ ਕਹਿ ਰਿਹਾ, ਇਹ ਕਿਵੇਂ ਕਰਾਂਗੇ ਤੇ ਕਿੰਨਾ ਕੀ ਕੀਤਾ ਆ, ਇਹਦਾ ਲੋਕਾਂ ਨੇ ਮੁਲਾਂਕਣ ਕਰ ਲਿਆ ਹੈ। ਇਹ ਜ਼ਰੂਰ ਵਾਅਦਾ ਹੈ ਵੀ ਜੋ ਪਿਛਲੇ 5 ਸਾਲਾਂ 'ਚ ਹੋਇਆ ਉਹ ਹੁਣ ਨਹੀਂ ਹੋਏਗਾ। ਕਾਂਗਰਸ ਪਾਰਟੀ ਦਾ ਜਿਹੜਾ ਚੋਣ ਮੈਨੀਫੈਸਟੋ ਹੋਇਆ, ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਗਈ ਜਿਹੜੀ ਪਹੁੰਚ ਤੋਂ ਬਾਹਰ ਹੋਵੇ। ਅੱਜ ਅਸੀਂ ਇਹ 'ਤੇ ਸਵਾਲ ਨਹੀਂ ਲਾ ਸਕਦੇ। ਅੱਜ ਤੇ ਸਮਾਂ ਆ ਪੜਚੋਲ ਕਰਨ ਦਾ ਵੀ ਜਿਹੜੇ 5 ਸਾਲ ਲਾ ਕੇ ਗਏ, ਕੀ ਉਹਨਾਂ ਜਿਹੜੇ ਪ੍ਰੋਮਿਸ ਕੀਤੇ ਸੀ ਉਹ ਪੂਰੇ ਹੋਏ ਕਿ ਨਹੀਂ ਹੋਏ। ਗੱਲ ਤੇ ਇੱਥੇ ਆਉਣੀ ਹੈ ਕਚਹਿਰੀ 'ਚ। ਅਗਲੇ ਤੇ ਇਹੋ ਹੀ ਸਵਾਲ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ ਕਿ 2017 ਚੋਣਾਂ ਜੋ ਤੁਸੀਂ ਵਾਅਦੇ ਕੀਤੇ, ਆਪਾਂ 22 ਦਾ ਮੈਂ 17 ਦੇ ਆਪਾਂ ਜਿਹੜੇ ਮਰਜ਼ੀ ਬਹਿਸ ਕਰ ਲੈਣ, ਸਾਡੇ ਨਾਲ ਗੱਲ ਕਰੋ, ਕਿਹੜੀ ਗੱਲ ਨਹੀਂ ਹੋਈ। ਦੇਖੋ ਮੋਬਾਈਲ ਫੋਨ ਦਾ ਜਿਹੜਾ ਵਾਅਦਾ ਸੀ ਉਹਨਾਂ ਨੇ ਕੈਬਨਿਟ ਦੇ ਵਿੱਚ ਪਾਸ ਕਰਕੇ ਤੁਹਾਡੇ ਸਾਹਮਣੇ ਦੇ ਦਿੱਤਾ ਹੈ। ਹੁਣ ਜੋ ਇਲੈਕਸ਼ਨ ਕੋਡ ਲੱਗਾ ਹੈ ਸਾਰਿਆਂ ਨੂੰ ਮਿਲਣੇ ਜਿਹੜਾ ਬਣਦਾ ਹੋਇਆ। ਨੌਕਰੀਆਂ ਦਿੱਤੀਆਂ ਤੁਹਾਡੇ ਸਾਹਮਣੇ, 5.5 ਲੱਖ ਨੌਕਰੀ CM ਸਾਹਿਬ ਨੇ ਗੈਰ ਸਰਕਾਰੀ ਔਰ ਸਰਕਾਰੀ ਨੌਕਰੀਆਂ ਦਿੱਤੀਆਂ। ਕਿ ਉਹਨੀਆਂ ਟੀਚਰ ਨਹੀਂ ਭਰਤੀ ਕੀਤੇ? ਟੀਚਰਾਂ ਨੂੰ ਤੁਸੀਂ ਸੜਕਾਂ ਤੇ ਪਾ ਕੇ ਔਜਲਾ ਸਾਹਿਬ ਕੁੱਟਦੇ ਪਏ ਹੋ। ਦੇਖੋ ਹਸਪਤਾਲਾਂ ਤੋਂ ਛਾਲਾਂ ਮਾਰਦੀਆਂ ਪਈਆਂ। ਜਿਹੜੀ ਗੱਲ ਟੀਚਰ ਨੂੰ ਕੁੱਟਣ ਦੀ ਆ, ਮੈਂ ਉਹਦੀ ਨਿੰਦਿਆ ਕਰਦਾ ਜੇ ਕਿਸੇ ਅਫਸਰ ਨੇ ਕੀਤੀ ਆ। ਦੇਖੋ ਇਸ ਗੱਲ ਨੂੰ ਮੈਂ ਵੀ ਨਿੰਦਾ, ਪਰ ਜਿੱਥੋਂ ਤੱਕ ਦੇਣ ਦੀ ਗੱਲ ਆ, ਅਸੀਂ ਜੌਬ ਦਿੱਤੀਆਂ ਨੇ, ਇਹ ਨਹੀਂ ਤੁਸੀਂ ਕਹਿੰਦੇ ਨਹੀਂ ਦਿੱਤੀਆਂ। ਜਿਹੜੇ ਬੰਦੇ ਸਵਾਲ ਕਰਦੇ, ਸਵਾਲ ਤੇ ਉਹਨਾਂ ਤੇ ਆਉਂਦਾ ਆ ਕਿ ਉਹ ਆਪਣੇ 5 ਸਾਲਾਂ ਵਾਲਾ ਚੋਣ ਮੈਨੀਫੈਸਟੋ ਲੈ ਲੈਣ ਤੇ ਸਾਡਾ ਲੈ ਲੈਣ, ਸਾਡੀ 2 ਸਾਲ ਦੀ ਕਾਰਗੁਜ਼ਾਰੀ ਤੇ ਆਪਣੀ 2 ਸਾਲ ਵਰਸਸ 10 ਸਾਲ ਦੀ ਕਾਰਗੁਜ਼ਾਰੀ ਕਰ ਲੈਣ। 17 ਤੋਂ 19 ਕਰ ਲੈਣ ਤੇ ਆਪਣੀ 10 ਸਾਲ ਪਿਛਲੇ 7 ਤੋਂ 17 ਕਰ ਲੈਣ। ਉਹ ਲੋਕਾਂ ਦੀ ਕਚਹਿਰੀ 'ਚ ਆ ਜਾਣ, ਜਿਸ ਟਾਈਮ ਮਰਜ਼ੀ ਖੁੱਲੀ ਬਹਿਸ ਕਰ ਲੈਣ ਸਾਡੇ ਨਾਲ। ਸੋ ਇਹ ਗੱਲ ਲੋਕਾਂ ਨੇ ਪੜਚੋਲ ਕਰਨੀ ਆ। ਅੱਜ ਅਸੀਂ ਕਿਸੇ ਨੂੰ ਭੁੱਖ ਦਾ ਕਹਿਣ ਲਈ ਕਿ ਤੁਸੀਂ 5 ਸਾਲ ਕਿਵੇਂ ਤੁਸੀਂ ਝੂਠ ਮਾਰੋਗੇ, ਅੱਜ ਤੁਸੀਂ ਇੰਨੀ ਭੁੱਖਬਾਣੀ ਨਹੀਂ ਕਰ ਸਕਦੇ। ਜੇ ਇੰਨੀ ਭੁੱਖਬਾਣੀ ਤੁਹਾਨੂੰ ਆਉਂਦੀ ਹੁੰਦੀ ਤੇ ਫਿਰ ਆਪਾਂ 17 ਦੀ ਜਿਹੜੀ ਭੁੱਖਬਾਣੀ ਲੋਕਾਂ ਦੇ ਦਿਮਾਗ 'ਚ ਸੀ ਉਹ ਆਪਾਂ ਪੜ੍ਹ ਸਕਦੇ। ਤਾਂ ਉਹ ਪੜ੍ਹਦੇ ਹੋਏ ਕੋਈ ਇਹੋ ਜਿਹੇ ਚੰਗੇ ਕੰਮ ਕਰਦੇ ਪੰਜਾਬ ਲਈ, ਪੰਜਾਬੀਅਤ ਲਈ, ਆਪਣੇ ਕਿਸਾਨਾਂ ਲਈ, ਮਜ਼ਦੂਰਾਂ ਲਈ, ਇੰਡਸਟਰੀ ਵਾਲਿਆਂ 'ਤੇ, ਇੰਨੀ ਮਾੜੀ ਹਾਲਤ ਉਹਨਾਂ ਲੋਕਾਂ ਦੀ ਨਾ ਹੁੰਦੀ। ਪੰਜਾਬ 'ਚ ਇੱਕ ਨਸ਼ਾ ਬੜਾ ਵੱਡਾ ਮੁੱਦਾ ਰਿਹਾ ਹੈ, ਭਾਵੇਂ ਕੋਈ ਵੀ ਚੋਣ ਰਹੀ ਹੋਵੇ। ਪੰਜਾਬ 'ਚ ਨਸ਼ਾ ਖਤਮ ਹੋਇਆ, ਘਟਿਆ? ਤੁਹਾਡੀ ਸਰਕਾਰ ਨੇ, ਮੁਖੀਆ ਨੇ ਕਿਹਾ ਸੀ 4 ਹਫ਼ਤਿਆਂ 'ਚ ਕਮਰ ਤੋੜ ਦਿਆਂਗੇ। ਬਿਲਕੁਲ। ਦੇਖੋ ਮੈਂ ਆਪ ਫੀਲਡ 'ਚ ਗਿਆ, ਮੈਂ ਆਪ ਬੱਚੇ ਚੱਕ ਕੇ ਦਾਖਲ ਕਰਾਏ ਜਦੋਂ ਉਹ ਟੀਕੇ ਲਾਉਂਦੇ ਸੀ। ਚਿੱਟੇ ਦਾ ਜਿਹੜਾ ਨਸ਼ਾ ਸੀ ਉਹਦਾ ਬਿਲਕੁਲ ਲੱਕ ਟੁੱਟਾ। ਔਰ ਮੈਂ ਬੱਚਿਆਂ ਨਾਲ ਰਿਕਾਰਡਿੰਗ ਹੈਗੀਆਂ ਨੇ ਮੇਰੇ ਕੋਲ, ਆਉਂਦੇ ਜੇ ਕਿ ਚਿੱਟਾ ਮਿਲਦਾ ਸੀ, ਹੁਣ ਸਾਨੂੰ ਸਿੰਥੈਟਿਕ ਪੁੜੀਆਂ ਦਿੰਦੇ ਨੇ। ਲੇਕਿਨ ਮੈਂ ਇੱਥੇ ਤੁਹਾਨੂੰ ਰੋਕੂੰਗਾ। ਕੱਲ੍ਹ ਹੀ ਇੱਕ ਨੌਜਵਾਨ ਦੀ ਮੌਤ ਹੋਈ ਹੈ, ਤੁਹਾਡੇ ਹੀ ਜਿਹੜੇ MP ਨੇ, ਮੈਂ ਅੱਗੇ ਵੀ ਉਹਨਾਂ ਦਾ ਜ਼ਿਕਰ ਕੀਤਾ ਸੀ, ਦੁੱਲੋ ਸਾਹਿਬ। ਉਹਨਾਂ ਨੇ ਕਿਹਾ ਕਿ ਜੇ ਰੋਜ਼ ਨੌਜਵਾਨ ਮਰ ਰਿਹਾ ਹੈ, ਰੋਜ਼ ਨਸ਼ਾ ਆ ਰਿਹਾ, ਤੇ ਇਹਦਾ ਮਤਲਬ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੇ, ਸਮਝ ਲਓ ਨਸ਼ਾ ਹੈਗਾ, ਵਧਿਆ ਮਿਲਿਆ ਤਾਂ ਹੀ ਉਹ ਮਰ ਰਹੇ ਨੇ। ਦੇਖੋ ਮੈਂ ਜਿਹੜੀ ਇਹ ਕਹਾਂ ਕਿ ਨਸ਼ਾ ਬਿਲਕੁਲ ਮੁੱਕ ਗਿਆ, ਝੂਠ ਤੇ ਮਾਰਨ ਨੂੰ ਮਰਿਆ, ਕਿਉਂਕਿ ਇਹ ਲੋਕ ਕਚਹਿਰੀ ਹੁੰਦੀ ਹੈ। ਪਰ ਘਟਿਆ ਜ਼ਰੂਰ ਆ।
ਜੇ ਮੈਂ ਮੈਂਬਰ ਪਾਰਲੀਮੈਂਟ ਆ, ਮੇਰੀ ਵਰਕਿੰਗ ਜਿਹੜੀ ਹੈ ਲੋਕਾਂ ਨੂੰ ਪਤਾ ਆ ਕਿ ਕਿਸ ਤਰੀਕੇ ਦੀ ਹੈ। ਕੁਛ ਅਜਿਹੇ ਲੋਕ ਵਿੱਚ ਹੈਗੇ ਨੇ ਜਿਹੜੇ ਪੁਰਾਤਨ ਜਿਹਨਾਂ ਨੂੰ ਆਦਤਾਂ ਪਈਆਂ ਨੇ, ਔਰ ਮੈਂ ਤੁਹਾਡੇ ਨਾਲ ਵਾਅਦਾ ਆ ਇਹਨਾਂ ਨੂੰ ਨੱਥ ਪੈਣੀ ਆ। ਇਹ ਮਤ ਸੋਚਣ, ਇਹ ਕੋਈ ਬੰਦਾ ਵੀ ਸਪੇਅਰ ਨਹੀਂ ਹੋਣਾ, ਚਾਹੇ ਕਿਸੇ ਵੀ ਅਹੁਦੇ 'ਤੇ ਬਰਕਰਾਰ ਹੋਵੇ, ਔਰ ਉਹਦੀ ਪੁਸ਼ਤ ਪਨਾਈ ਕਰਨ ਵਾਲਾ ਵੀ ਕੋਈ ਨਹੀਂ ਬਖਸ਼ਿਆ ਜਾਣਾ। ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਸਾਡਾ ਕੋਈ ਵੀ ਰਾਜਨੀਤਿਕ ਬੰਦਾ ਇਹਦੇ ਨਾਲ ਲਿਪਤ ਨਹੀਂ ਹੈਗਾ। ਹੁਣ ਚੁਣਾਵ ਬਿਗੁਲ ਤੁਹਾਡੇ ਲਈ ਵੱਜਿਆ ਹੋਇਆ, ਕਿਵੇਂ ਪ੍ਰਚਾਰ ਪ੍ਰਸਾਰ ਦੀ ਰਣਨੀਤੀ ਰਹਿਣ ਵਾਲੀ ਹੈ ਅੱਗੇ? ਪ੍ਰਚਾਰ ਤੇ ਦੇਖੋ ਸਾਡਾ ਹੋਇਆ ਵਾ। ਪ੍ਰਚਾਰ ਦੀ ਰਣਨੀਤੀ ਤੇ ਹੁਣ ਜਿਹੜੇ ਹਰਦੀਪਪੁਰੀ ਜੀ ਜਾਂ ਹਰਿੰਦਰ ਖਾਲਸਾ ਜੀ ਉਹਨਾਂ ਨੂੰ ਕੋਈ ਬਣਾਉਣੀ ਪਊਗੀ, ਕਿਉਂਕਿ ਕੋਈ ਪਿੰਡ ਕੋਈ ਗਲੀ ਮੁਹੱਲਾ ਨਹੀਂ ਹੈਗਾ ਜਿੱਥੇ ਗੁਰਜੀਤ ਔਜਲੇ ਨੂੰ ਨਹੀਂ ਜਾਣਦੇ ਤੇ ਗੁਰਜੀਤ ਔਜਲੇ ਦੇ ਕੰਮਾਂ ਨੂੰ ਨਹੀਂ ਜਾਣਦੇ। ਇਹੋ ਜਿਹੀ ਕੋਈ ਦਿੱਕਤ ਨਹੀਂ ਹੈਗੀ। ਬਾਕੀ ਜਦੋਂ ਤੱਕ ਇੱਕ ਮਤਲਬ ਹੁੰਦਾ ਇਹ ਕੰਮ ਇਲੈਕਸ਼ਨ ਦੌਰ ਹੁੰਦਾ ਹੈ, ਬੀਜੇਪੀ ਸਟਾਰ ਪ੍ਰਚਾਰਕ ਕੋਈ ਫਿਲਮੀ ਹਸਤੀ ਉਤਾਰ ਵਧੀਆ ਦਿੰਦੀ ਗੱਲ ਹੈ, ਮੈਂ ਨਾ ਜੀ ਮਜ਼ਾ ਆ ਜਾਏਗਾ ਜੇ ਸਟਾਰ ਪ੍ਰਚਾਰਕ ਵੀ ਲੈ ਆਉਣ, ਕੋਈ ਗੱਲ ਨਹੀਂ। ਇਹੀ ਚੀਜ਼ ਐਤਕੀ ਫਰਕ ਦੱਸਣਾ ਆ, ਇਹੀ ਫਰਕ ਦੱਸਣਾ ਆ ਕਿ ਜ਼ਮੀਨ ਨਾਲ ਜੁੜੇ ਦਾ, ਲੋਕਾਂ 'ਚ ਰਹੇ ਬੰਦੇ ਦਾ, ਤੇ ਇਹ ਜਿਹੜੇ ਵੋਟਾਂ ਲੁੱਟਣ ਆਉਂਦੇ 5 ਸਾਲਾਂ ਵਾਸਤੇ ਆਪਣੇ ਕੰਮ ਧੰਦੇ ਆਪਣੇ ਕਰਨੇ, ਉਹਨਾਂ ਦਾ ਕੀ ਫਰਕ ਹੈ। ਐਤਕੀ ਇਹੀ ਹੈ ਨਾ ਗੁਰੂ ਨਗਰੀ। ਮੈਂ ਤਾਂ ਕਹਿ ਰਿਹਾ ਓਪਨ ਆ, ਆਪਾਂ ਦੇ ਮੈਦਾਨ 'ਚ ਪਾਰਟੀ ਨੇ ਸਾਨੂੰ ਤੇ ਭੇਜ ਦਿੱਤਾ ਆ। ਹੁਣ ਅਗਲਾ ਬੰਦਾ ਆ ਕੇ ਆਪਣੀ ਗੱਲ ਰੱਖੇ, ਫਿਰ ਫੈਸਲਾ ਲੋਕਾਂ 'ਤੇ ਰਹਿਣ ਦਿਓ। ਰਿਜ਼ਲਟ 23 ਨੂੰ ਆਉਣਾ, 19 ਨੂੰ ਲੋਕਾਂ ਵੋਟਾਂ ਪਾਉਣੀਆਂ ਨੇ। ਇਹ ਤਾਂ ਹੈ ਨਹੀਂ ਕਿ ਮੈਂ ਸਾਰਾ ਕਹੀ ਜਾਵਾਂ ਕਿ ਮੈਂ ਇਹ ਸਭ ਕੁਛ ਆ, ਮੈਨੂੰ ਮੇਰੇ ਅੱਖਾਂ ਪੈ ਜਾਣੀਆਂ ਨੇ। ਫੈਸਲਾ ਲੋਕਾਂ ਨੇ ਕਰਨਾ ਹੈ, ਲੋਕ ਕਚਹਿਰੀ 'ਚ ਹੋਣਾ ਹੈ, ਚਾਹੇ ਸਟਾਰ ਪ੍ਰਚਾਰਕ ਹੋਏ ਚਾਹੇ ਕੋਈ ਵੀ ਹੋਵੇ। ਚਲੋ ਔਜਲਾ ਸਾਹਿਬ, ਉਮੀਦ ਕਰਾਂਗੇ ਅਗਲੀ ਵਾਰੀ ਫਿਰ ਤੋਂ ਤੁਹਾਡਾ ਬਤੌਰ ਸਾਂਸਦ ਗੱਲ ਕਰਾਂਗੇ, ਫਿਰ ਮੁਲਾਕਾਤ ਕਰਾਂਗੇ। ਆਲ ਦਾ ਬੈਸਟ ਥੈਂਕ ਯੂ ਜੀ ਨਵੀਂ ਲੜਾਈ ਵਾਸਤੇ। ਬਿਲਕੁਲ, ਇਹ ਸਾਡੇ ਨਾਲ ਸਨ ਗੁਰਜੀਤ ਸਿੰਘ ਔਜਲਾ, ਸਾਂਸਦ ਅੰਮ੍ਰਿਤਸਰ ਤੋਂ, ਜੋ ਕਹਿ ਰਹੇ ਨੇ ਕਿ ਤਿਆਰੀ ਪੂਰੀ ਹੈ, ਜਿਹੜਾ ਵੀ ਅੱਗੇ ਆਏਗਾ ਕੋਈ ਡਰ ਨਹੀਂ, ਮੁੱਦਿਆਂ ਦੀ ਲੜਾਈ ਲੜਨੀ ਹੈ। ਲੇਕਿਨ ਸਵਾਲ ਸਭ ਤੋਂ ਵੱਡਾ ਅਜੇ ਵੀ ਉੱਥੇ ਖੜਾ ਰਹੇਗਾ ਕਿ ਕਾਂਗਰਸ ਦੀ ਜੋ ਧੜੇਬਾਜ਼ੀ ਹੈ, ਕੀ ਗੁਰਜੀਤ ਔਜਲਾ ਉਸ ਧੜੇਬਾਜ਼ੀ ਤੋਂ ਪਾਰ ਹੋ ਕੇ ਇਸ ਚੁਣਾਵ ਦੇ ਵਿੱਚ ਫਤਿਹ ਹਾਸਿਲ ਕਰ ਸਕਣਗੇ ਜਾਂ ਨਹੀਂ। ਦੇਸ਼ ਤੇ ਦੁਨੀਆ ਦੀ ਖਬਰਾਂ ਲਈ ਜੁੜੇ ਰਹੋ PTC ਨਿਊਜ਼ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ।